स्टूडेंट टुडेज टॉपिक्स इज़ यंग्स डबल स्लिट एक्सपैरीमेंट। ਇਹਦੇ ਵਿੱਚ ਇਹ ਹੈ ਕਿ ਅਸੀਂ ਇੱਕ ਸਾਡੇ ਕੋਲ ਲਾਈਟ ਸੋਰਸ ਹੈ ਔਰ ਉਸ ਲਾਈਟ ਸੋਰਸ ਨੂੰ ਅਸੀਂ ਦੋ ਸਲਿਟਸ ਜਿਹੜੀਆਂ ਨੇ ਉਹਨਾਂ ਦੇ ਅੰਦਰੋਂ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਡਬਲ ਸਲਿਟ ਹੈ ਤਾਂ ਮਤਲਬ ਦੋ ਸਲਿਟਸ ਹੋਣਗੀਆਂ। ਦੋ ਸਲਿਟਸ ਦੇ ਥਰੂ ਅਸੀਂ ਕੁਛ ਮਤਲਬ ਕਹਿ ਲਓ ਕਿ ਕੋਹਰੈਂਟ ਸੋਰਸਿਸ ਬਣਾਇਆ, ਇੱਕ ਸੋਰਸ ਤੋਂ ਹੀ ਦੋ ਸੋਰਸਿਸ ਬਣਾਏ ਹੈ ਔਰ ਉਹ ਜਿਹੜੇ ਦੋ ਸੋਰਸਿਸ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਆਪਸ ਵਿੱਚ ਇੰਟਰਫੇਅਰ ਕਰਵਾ ਕੇ ਅਤੇ ਅਸੀਂ ਫਿਰ ਜਿਹੜਾ ਇੰਟਰਫੇਰੈਂਸ ਪੈਟਰਨ ਹੈ ਉਹਦੇ ਬਾਰੇ ਥੋੜ੍ਹਾ ਜਿਹੜਾ ਅਸੀਂ ਉਹ ਡਿਸਕਸ ਕਰਨਾ ਹੈ ਅਸੀਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਇਹ ਜਿਹੜੀ ਫਿਗਰ ਹੈ ਤੁਹਾਡੇ ਲਈ ਵੈਸੇ ਵੀ ਪਹਿਲੇ ਵੀ ਵੈਲ ਨੋਨ ਹੈ ਕਿ ਇੱਧਰੋਂ ਸਪੋਜ਼ ਲਾਈਟ ਐਂਟਰ ਕਰ ਰਹੀ ਆ ਐਸ ਸੋਰਸ ਆਫ ਲਾਈਟ ਹੈ ਜਾਂ ਸਲਿਟ ਕਹਿ ਲਓ, ਪਹਿਲੀ ਸਲਿਟ ਹੈ। ਇਹਦੇ ਵਿੱਚ ਜਿਹੜਾ ਵੇਵ ਨੇਚਰ ਆਫ ਜਿਹੜਾ ਲਾਈਟ ਹੈ ਉਹ ਐਕਚੁਅਲੀ ਡੈਮੋਨਸਟ੍ਰੇਟ ਹੁੰਦਾ ਇਸ ਐਕਸਪੈਰੀਮੈਂਟ ਦੇ ਵਿੱਚ। ਤਾਂ ਤੁਸੀਂ ਦੇਖਦੇ ਹੋ ਕਿ ਲਾਈਟ ਵੇਵਸ ਜਿਹੜੀਆਂ ਨੇ ਉਹ ਇਸ ਤਰੀਕੇ ਨਾਲ ਵੇਵ ਫਰੰਟਸ ਜਿਹੜੇ ਉਹ ਆਪਣੇ ਬਣਾਉਂਦੀਆਂ ਨੇ, ਬਟ ਜਿਵੇਂ ਉਹ ਨੈਕਸਟ 'ਤੇ ਪਹੁੰਚਣਗੀਆਂ ਤਾਂ ਇਹਦਾ ਆਪਣਾ ਜਿਹੜਾ ਵੇਵ ਫਰੰਟ ਹੈ ਉਹ ਬਣੇਗਾ। ਸਿਮਿਲਰਲੀ S2 ਦਾ ਵੀ ਆਪਣਾ ਬਣੇਗਾ ਵੇਵ ਫਰੰਟ, ਅਤੇ ਉਹ ਜਿੱਥੇ ਜਿੱਥੇ ਆਪਸ ਦੇ ਵਿੱਚ ਕੱਟ ਕਰਨਗੇ ਉੱਥੇ ਉੱਥੇ ਜਿਹੜੇ ਹੈ ਉਹ ਸਾਡੇ ਕੋਲ ਕੁਛ ਇੰਟਰਫੇਰੈਂਸ ਜਿਹੜੇ ਪੈਟਰਨਸ ਹੈ ਉਹ ਸਾਡੇ ਕੋਲ ਬਣਨਗੇ ਜਾਂ ਮੈਕਸੀਮਾ ਔਰ ਮਿਨੀਮਾਸ ਜਿਹੜੇ ਨੇ ਆਲਟਰਨੇਟਿਵ ਉਹ ਸਾਡੇ ਕੋਲ ਜਿਹੜੇ ਉਹ ਬਣਨਗੇ। ਤੋ ਇਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਜਿੱਥੇ ਜਿੱਥੇ ਇਹ ਦੇਖੋ ਇਹਦਾ ਮੈਕਸੀਮਾ ਹੈਗਾ, ਜਿਵੇਂ ਇਹ ਡੋਟਿਡ ਲਾਈਨ ਜਿੱਥੇ ਇੱਧਰ ਵਾਲੀ ਡੋਟਿਡ ਲਾਈਨ ਨਾਲ ਕੱਟ ਕਰ ਰਹੀ ਹੈ, ਇੱਥੇ ਤੁਹਾਡੇ ਕੋਲ ਐਂਟੀ ਨੋਡਲ ਲਾਈਨ ਹੈਗੀ ਹੈ। ਜਿੱਥੇ ਇਹ ਸੋਲਿਡ ਲਾਈਨ ਨਾ ਦੂਸਰੀ ਸੋਲਿਡ ਲਾਈਨ ਨਾਲ ਕੱਟ ਕਰ ਰਹੀ ਹੈ ਉੱਥੇ ਸਾਡੇ ਕੋਲ ਜਿਹੜੀਆਂ ਨੇ ਉਹ ਨੋਡਲ ਲਾਈਨਸ ਜਿਹੜੀਆਂ ਨੇ ਉਹ ਸਾਡੇ ਕੋਲ ਬਣਦੀਆਂ ਨੇ। ਮਤਲਬ ਇਹ ਜਿੱਥੇ ਜਿੱਥੇ ਜਿਹੜੇ ਪੁਆਇੰਟਸ ਨੇ ਮਤਲਬ ਇੱਕ ਲਾਈਟ ਵੇਵ ਦੂਸਰੀ ਲਾਈਟ ਵੇਵ ਨਾਲ ਇੰਟਰਫੇਅਰ ਕਰ ਰਹੀ ਹੈ ਉੱਥੇ ਉੱਥੇ ਜਿਹੜੇ ਹੈ ਇੰਟਰਫੇਰੈਂਸ ਹੁੰਦੀ ਹੈ, ਜਾਂ ਤਾਂ ਕੰਸਟਰਕਟਿਵ ਹੁੰਦੀ ਹੈ ਜਾਂ ਫਿਰ ਡਿਸਟਰਕਟਿਵ ਹੁੰਦੀ ਹੈ। ਤਾਂ ਉਹ ਜਿਹੜੀਆਂ ਨੇ ਉਹ ਅਸੀਂ ਇੱਥੇ ਦੇਖ ਸਕਦੇ ਹਾਂ। ਤਾਂ ਬੇਟਾ ਜਿਹੜੀਆਂ ਤਾਂ ਐਂਟੀ ਨੋਡਲ ਲਾਈਨਸ ਨੇ ਹੈ ਨਾ ਉਹ ਸਾਡੇ ਕੋਲ ਹੈਗੀਆਂ ਨੇ, ਉਹ ਅਸੀਂ ਬਲੈਕ ਡੋਟ ਦੇ ਨਾਲ ਸੀ ਜਿਹੜਾ ਵਾ ਉਹ ਰਿਪਰਜੈਂਟ ਕੀਤਾ ਹੋਇਆ ਇਹਨਾਂ ਨੂੰ ਡਬਲ ਕ੍ਰੈਸਟ ਨੇ। ਤਾਂ ਇਹਨਾਂ ਨੂੰ ਇਹ ਜਿਹੜੀਆਂ ਨੇ ਇਹ ਮੈਕਸੀਮਮ ਐਂਪਲੀਟਿਊਡ ਦੀਆਂ ਲਾਈਨਸ ਨੇ ਜਿਹੜੀਆਂ ਕਿ ਐਂਟੀ ਨੋਡਲ ਲਾਈਨਸ ਨੇ। ਇਹ ਵਾਲੀਆਂ ਲਾਈਨ ਮੈਕਸੀਮਮ ਐਂਪਲੀਟਿਊਡ ਹੈ, ਮਤਲਬ ਇੱਥੇ ਤੁਹਾਡਾ ਬਰਾਈਟ ਫਰਿੰਜ ਹੋਏਗੀ ਤੁਹਾਡੇ ਕੋਲ। ਸਿਮਿਲਰਲੀ ਇੱਥੇ ਵੀ ਬਰਾਈਟ ਹੋਏਗੀ ਔਰ ਇੱਥੇ ਵੀ ਬਰਾਈਟ ਫਰਿੰਜ ਹੋਏਗੀ। ਬਰਾਈਟ ਐਂਡ ਦਿਸ ਵੁੱਡ ਆਲਸੋ ਬੀ ਬਰਾਈਟ। ਔਰ ਇੱਥੇ ਜਿੱਥੇ A ਅਤੇ B ਜਿਹੜੇ ਕਿ ਨੋਡਲ ਲਾਈਨਸ ਨੇ ਇਹਨਾਂ ਦੇ ਉੱਪਰ ਮਿਨੀਮਾ ਹੋਏਗਾ ਔਰ ਇੱਥੇ ਬਿਲਕੁਲ ਵੀ ਲਾਈਟ ਦੀ ਇੰਟੈਂਸਿਟੀ ਨਹੀਂ ਹੋਏਗੀ। ਅਗਰ ਲਾਈਟ ਹੈ ਹੀ ਨਹੀਂ ਤਾਂ ਇਹਦਾ ਮਤਲਬ ਕੀ ਹੈ ਕਿ ਡਾਰਕ ਹੈ, ਤਾਂ ਇੱਥੇ ਇੰਟੈਂਸਿਟੀ ਜ਼ੀਰੋ ਹੈ। ਤਾਂ ਇਹ ਤੁਹਾਡੀ ਬਰਾਈਟ ਫਰਿੰਜ, ਫਿਰ ਡਾਰਕ ਫਰਿੰਜ, ਫਿਰ ਬਰਾਈਟ ਫਰਿੰਜ, ਫਿਰ ਡਾਰਕ ਫਰਿੰਜ, ਇਸ ਤਰੀਕੇ ਨਾਲ ਆਲਟਰਨੇਟਿਵ ਜਿਹੜੀਆਂ ਫਰਿੰਜਸ ਹੈਗੀਆਂ ਉਹ ਸਾਡੇ ਕੋਲ ਇਹਦੇ ਬਣਦੀਆਂ ਨੇ ਇਹਦੇ ਵਿੱਚ। ਤਾਂ ਹੁਣ ਅਸੀਂ ਦੇਖਣਾ ਹੈ ਕਿ ਕਿਸ ਤਰੀਕੇ ਨਾਲ ਜਿਹੜੀ ਇੰਟੈਂਸਿਟੀ ਜਿਹੜੀ ਹੈ ਉਹਦੀ ਡਿਸਟਰੀਬਿਊਸ਼ਨ ਕੀ ਹੁੰਦੀ ਹੈ ਡਬਲ ਸਲਿਟ ਐਕਸਪੈਰੀਮੈਂਟਸ ਦੇ ਵਿੱਚ। ਤਾਂ ਤੁਸੀਂ ਇੰਟੈਂਸਿਟੀ ਦਾ ਫਾਰਮੂਲਾ ਜਿਹੜਾ ਅਸੀਂ ਲਾਸਟ ਵੀਡੀਓ ਜਿਹੜੀ ਤੁਹਾਨੂੰ ਭੇਜੀ ਹੈ ਉਹਦੇ ਵਿੱਚ ਅਸੀਂ ਇਹ ਵਾਲਾ ਡਿਰਾਈਵ ਕੀਤਾ ਹੈ ਫਾਰਮੂਲਾ। ਇਹਦੇ ਵਿੱਚ I1 ਅਤੇ I2 ਇੰਡੀਵਿਜੂਅਲ ਇੰਟੈਂਸਿਟੀਜ਼ ਇਹ ਵਾਲੀਆਂ ਨੇ ਅਤੇ φ1 ਮਾਈਨਸ φ2 ਮਤਲਬ ਦੋਨਾਂ ਦਾ ਆਪਸ ਦਾ ਜਿਹੜਾ ਫੇਜ਼ ਡਿਫਰੈਂਸ ਹੈ ਉਹ ਸਾਡੇ ਕੋਲ ਇੱਥੇ φ ਹੈਗਾ। E01 ਅਤੇ E02 ਇਹ ਜਿਹੜੇ ਨੇ ਇਹ ਦੋਨੋਂ ਇਹ ਹੈਗੇ ਆ ਇਲੈਕਟ੍ਰਿਕ ਵੈਕਟਰਸ ਦੇ ਐਂਪਲੀਟਿਊਡਸ ਹੈਗੇ ਨੇ ਫਰੋਮ ਦਾ ਸਲਿਟਸ S1 ਐਂਡ S2। ਤਾਂ ਦੇਖੋ S1 ਤੋਂ ਅਸੀਂ ਕੋਈ ਵੀ ਪੁਆਇੰਟ ਚੂਜ਼ ਕਰ ਲਿਆ ਸਕਰੀਨ ਦੇ ਉੱਪਰ। ਹੁਣ ਇੱਥੇ S1 ਤੋਂ ਵੀ ਜਾ ਰਹੀ ਹੈ ਲਾਈਟ, S2 ਤੋਂ ਵੀ ਜਾ ਰਹੀ ਹੈ। ਹੁਣ ਇਹਨਾਂ ਦੋਨਾਂ ਦੀ ਇੰਟਰਫੇਰੈਂਸ ਹੋ ਰਹੀ ਹੈ ਅਤੇ P ਦੇ ਉੱਪਰ ਕੁਛ ਬਣੇਗਾ, ਜਾਂ ਤਾਂ ਮੈਕਸੀਮਮ ਬਣੇਗਾ ਜਾਂ ਮਿਨੀਮਮ ਬਣੇਗਾ। ਤਾਂ ਜਿੰਨੀ ਵੀ ਲਾਈਟ ਜਿਹੜੀ ਆ ਉਹ ਜਿੰਨੀ ਇੱਥੇ ਜਾਏਗੀ ਉਹ ਅਸੀਂ ਉਹਦੀ ਕੰਡੀਸ਼ਨਸ ਜਿਹੜੀਆਂ ਨੇ ਉਹ ਅਸੀਂ ਚੈੱਕ ਕਰਨੀਆਂ ਨੇ। ਤਾਂ ਮੈਕਸੀਮਮ ਔਰ ਮਿਨੀਮਮ ਦੇ ਲਈ ਨਾ ਸਭ ਤੋਂ ਪਹਿਲੇ ਤਾਂ ਅਸੀਂ ਇਹ ਕੰਸੀਡਰ ਕਰ ਲਿਆ ਕਿ ਜਿਹੜੀ I1 I2 ਹੈ ਮਤਲਬ ਇਹਦੀ ਇੰਟੈਂਸਿਟੀ ਇੱਥੋਂ ਜਿਹੜੀ ਲਾਈਟ ਜਾਏਗੀ ਉਹਦੀ ਇੰਟੈਂਸਿਟੀ ਅਤੇ ਇਹਦੀ ਇੱਧਰੋਂ ਜਿਹੜੀ ਲਾਈਟ ਜਾਏਗੀ ਉਹਦੀ ਇੰਟੈਂਸਿਟੀ, ਇਹ ਦੋਨੋਂ ਦੀ ਇੰਟੈਂਸਿਟੀ ਸੇਮ ਹੈ, I0 ਹੈ। ਤਾਂ ਫਰੋਮ ਦਿਸ ਇਕੁਏਸ਼ਨ ਮਤਲਬ ਇਹ ਅਗਰ ਅਸੀਂ I1 I2 ਨੂੰ I0 ਲਿਖ ਦਈਏ ਤਾਂ ਇਹਦੇ ਵਿੱਚ ਤੁਸੀਂ ਫਿਲ ਕਰ ਦੋਗੇ ਇਹਦੇ ਵਿੱਚ ਤਾਂ ਤੁਹਾਡੇ ਕੋਲ ਆਏਗਾ I0 ਪਲੱਸ 2 I0 cos φ। ਠੀਕ ਹੈ, ਤਾਂ ਤੁਹਾਡੇ ਕੋਲ ਇਹ ਜਿਹੜੀ ਚੀਜ਼ ਹੈ ਇਹ ਤੁਹਾਡੇ ਕੋਲ ਬਣੀ ਹੈ। ਦੇਖੋ ਇਹ ਦੋਨੋਂ I0 ਹੋ ਜਾਣਗੇ ਤਾਂ 2 I0 ਹੋ ਜਾਏਗਾ, ਇੱਥੇ ਵੀ 2 ਹੈ ਔਰ ਇਹਦੀ ਜਦੋਂ ਇਹਦੀ ਜਦੋਂ ਤੁਸੀਂ ਅੰਡਰ ਰੂਟ ਲਓਗੇ I0 ਸਕੁਏਅਰ ਦਾ ਤਾਂ ਉਹ ਵੀ I0 ਹੀ ਆ ਜਾਏਗਾ। ਤਾਂ ਇਹ ਜਿਹੜਾ ਤੁਹਾਡੇ ਕੋਲ ਬਣ ਗਿਆ 2 I0 1 ਪਲੱਸ cos φ ਔਰ ਜਿਹੜਾ 1 ਪਲੱਸ cos φ ਹੈ ਉਹਨੂੰ ਅਸੀਂ ਲਿਖ ਲਿਆ 2 cos ਸਕੁਏਅਰ φ/2। ਅਸੀਂ ਇੱਥੇ ਇਹ ਵਾਲਾ ਫਾਰਮੂਲਾ ਯੂਜ਼ ਕੀਤਾ ਹੈ ਕਿ 1 ਪਲੱਸ cos 2a ਇਜ਼ ਇਕੁਅਲ ਟੂ 2 cos ਸਕੁਏਅਰ a। ਇਹ ਵਾਲਾ ਫਾਰਮੂਲਾ ਜਿਹੜਾ ਉਹ ਅਸੀਂ ਇੱਥੇ ਯੂਜ਼ ਕੀਤਾ ਹੋਇਆ।
ਇਹ ਵਾਲੀ ਚੀਜ਼ ਨੂੰ ਅਸੀਂ ਇੱਥੇ ਫਿਰ ਰਿਪਲੇਸ ਹੋ ਗਿਆ, ਦੇਖੋ 2 ਮਲਟੀਪਲਾਈ ਹੋ ਗਿਆ, ਤੇ ਇਸ ਲਈ 4 I naught cos square 5/2 ਜਿਹੜਾ ਹੈ ਉਹ ਸਾਡੇ ਕੋਲ ਆ ਗਿਆ। ਤਾਂ ਇੰਟੈਂਸਿਟੀ ਦੀ ਵੇਰੀਏਸ਼ਨ ਹੈ ਫੇਜ਼ ਡਿਫਰੈਂਸ ਫਾਈ ਦੇ ਨਾਲ ਹੈ। ਤਾਂ ਦੇਖੋ ਜਿਹੜੀ ਇੰਟੈਂਸਿਟੀ ਹੈ ਉਹ ਮੈਕਸਿਮਮ ਔਰ ਮਿਨੀਮਮ ਹੁਣ ਅਸੀਂ ਹੋਏਗੀ, ਕਿਉਂ ਕਿਸ ਤਰ੍ਹਾਂ ਹੋਏਗੀ, ਉਹ ਸਿਰਫ cos square 5/2 ਤੇ ਡਿਪੈਂਡ ਕਰ ਰਿਹਾ ਸਾਡੇ ਕੋਲ। I naught ਤੇ ਕੌਂਸਟੈਂਟ ਹੈ, 4 ਵੀ ਕੌਂਸਟੈਂਟ ਹੈ, ਤਾਂ ਸਿਰਫ ਇਸ ਚੀਜ਼ ਦੇ ਉੱਪਰ ਡਿਪੈਂਡ ਕਰ ਰਿਹਾ ਹੈ ਕਿ ਇੰਟੈਂਸਿਟੀ ਜਿਹੜੀ ਹੈ ਉਹ ਕੀ ਹੋਏਗੀ। ਤਾਂ ਮੈਕਸਿਮਮ ਹੋਣ ਦੇ ਲਈ ਜਿਹੜਾ cos square 5/2 ਆ ਉਹਨੂੰ ਮੈਕਸਿਮਮ ਹੋਣਾ ਚਾਹੀਦਾ ਹੈ। ਅਗਰ ਉਹਨੂੰ ਮੈਕਸਿਮਮ ਹੋਣਾ ਚਾਹੀਦਾ ਹੈ ਤਾਂ ਇਹਦਾ ਮਤਲਬ ਕਿ cos square 5/2 ਨੂੰ 1 ਹੋਣਾ ਚਾਹੀਦਾ, ਬਿਕਾਜ਼ ਮੈਕਸਿਮਮ ਵੈਲਿਊ ਆਫ ਦ ਪੀਰੀਓਡਿਕ ਫੰਕਸ਼ਨ cos is 1। तो for the point P to be a maximum, this is the required condition कि cos square 5/2 should be ±1। तो ਇਹ ਉਹ ਵਾਲਾ केस है जो 5/2 ਜਿਹੜਾ या तो 0 ਹੋਵੇ ਜਾਂ पाई ਹੋਏ ਜਾਂ 2π ਹੋਏ। तो अगर ਇੱਥੋਂ ਅਸੀਂ फाई निकालिए तो फाई ਸਾਡੇ ਕੋਲ ਆ ਜਾਏਗਾ 0, 2π, 4π, ਸਿੰਪਲੀ 2 ਨਾਲ ਮਲਟੀਪਲਾਈ ਹੋ ਜਾਏਗਾ। तो ਇਹ ਸਾਡੇ ਕੋਲ ਕੰਡੀਸ਼ਨ ਹੈਗੀ ਹੈ ਇਹ ਵਾਲੀ ਫॉर द मैक्सिमा। ਔਰ ਮਿਨੀਮਾ ਦੇ ਲਈ ਸਾਡੇ ਕੋਲ ਕੰਡੀਸ਼ਨ ਹੈ ਕਿ ਇਹ ਜਿਹੜੀ ਚੀਜ਼ ਹੈ ਮਿਨੀਮਮ ਹੋਣੀ ਚਾਹੀਦੀ ਹੈ। ਮਿਨੀਮਮ ਮਤਲਬ cos square 5/2 0 ਹੋਣਾ ਚਾਹੀਦਾ। ਅਗਰ ਇੱਥੇ ਬੇਟਾ ਸਕੁਆਇਰ ਨਹੀਂ ਆਏਗਾ ਤੁਹਾਡਾ, ਇਹ 0 ਹੋਣਾ ਚਾਹੀਦਾ, ਇਹਦਾ ਮਤਲਬ cos square 5/2 ਵੀ 0 ਹੋ ਜਾਏਗਾ। ਤਾਂ ਅਗਰ cos ਹੁਣ ਅਸੀਂ ਦੇਖਣਾ ਹੈ ਕਿ cos ਕਿੱਥੇ ਕਿੱਥੇ 0 ਹੁੰਦਾ ਹੈ, ਇੱਕ ਤਾਂ π/2 ਤੇ 0 ਹੁੰਦਾ, ਇੱਕ 3π/2 ਤੇ 0 ਹੁੰਦਾ। ਇਸ ਤਰ੍ਹਾਂ ਜਿਹੜੇ ਵੀ ਸਾਡੇ ਕੋਲ ਹੈਗੇ ਨੇ 5π/2 ਤੇ ਆ ਜਾਏਗਾ, 7π/2 ਤੇ ਆ ਜਾਏਗਾ। ਇਸ ਤਰ੍ਹਾਂ ਉੱਪਰ ਔਡ ਨੰਬਰ ਹੈ ਤਾਂ ਇਸ ਲਈ 2p+1 ਲਿਖ ਲਿਆ, ਉਹਦੇ ਨਾਲ π/2 ਲਿਖ ਲਿਆ। ਤਾਂ ਉੱਥੋਂ ਤੱਕ ਜਿਹੜਾ ਹੈ ਉਹ ਸਾਡਾ ਚੱਲੇਗਾ। ਤਾਂ ਸਿਮਿਲਰਲੀ ਅਗਰ ਤੋਂ ਫਾਈ ਦੀ ਵੈਲਿਊ ਨਿਕਾਲੀਏ ਅਸੀਂ ਤਾਂ ਉਹ ਸਾਡੇ ਕੋਲ ਆਏਗੀ π 3π ਅਪ ਟੂ 2π+1 × π। ਤਾਂ ਤੁਸੀਂ ਦੇਖ ਸਕਦੇ ਹੋ ਕਿ ਅਗਰ ਫਾਈ ਦੀਆਂ ਵੈਲਿਊਜ਼ ਇੰਟੈਗਰਲ ਦੇਖੋ ਈਵਨ, ਅਗਰ ਤੁਹਾਡੇ ਕੋਲ ਈਵਨ ਨੰਬਰਸ ਹੈਗੇ ਨੇ ਤਾਂ ਉਸ ਟਾਈਮ 'ਤੇ ਮੈਕਸਿਮਾ ਹੋਏਗਾ। ਅਗਰ ਤੁਹਾਡੇ ਕੋਲ ਔਡ ਨੰਬਰ ਦੇ ਨਾਲ ਪਾਈ ਮਲਟੀਪਲਾਈ ਹੈ ਤਾਂ ਉਹ ਤੁਹਾਡਾ ਹੈਗਾ ਅਗਰ ਫੇਜ਼ ਡਿਫਰੈਂਸ ਪਾਏ ਤਾਂ ਉੱਥੇ ਤੁਹਾਡਾ ਮਿਨੀਮਾ ਹੋਏਗਾ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਪੀ ਨਾਲ ਵੇਰੀਏਸ਼ਨ ਐਕਚੁਅਲੀ ਸ਼ੋ ਕੀਤੀ ਹੋਈ ਹੈ। ਤਾਂ ਦੇਖੋ 0p ਜਿੱਥੇ 0 ਹੈ ਉੱਥੇ ਤੁਹਾਡਾ ਮੈਕਸਿਮਾ, ਫਿਰ ਫਸਟ 1 ਵਾਲੇ p ਤੇ ਮਿਨੀਮਾ, ਫਿਰ ਮੈਕਸਿਮਾ 2p ਤੇ ਮੈਕਸਿਮਾ, ਫਿਰ 3 ਤੇ ਮਿਨੀਮਾ, ਫਿਰ 4 ਤੇ ਮੈਕਸਿਮਾ, 5 ਤੇ ਮਿਨੀਮਾ। ਇਸ ਤਰੀਕੇ ਨਾਲ ਇਹ ਚੱਲ ਰਿਹਾ ਹੈ। ਸਿਮਿਲਰਲੀ ਨੈਗੇਟਿਵ ਡਾਇਰੈਕਸ਼ਨਸ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਹੀ ਜਾਣਾ ਹੈ। ਤਾਂ ਚਲੋ ਇਹ ਤਾਂ ਸਹੀ ਸਾਰਾ ਸਾਡਾ ਤੁਹਾਡਾ ਅਸੀਂ ਜੋ ਵੀ ਹੈ ਅਸੀਂ ਫਾਈ ਦੇ ਨਾਲ ਅਸੀਂ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਨਿਕਾਲਿਆ। ਹੁਣ ਜਿਹੜੀ ਫਾਈ ਹੈ ਉਹ ਪਾਥ ਡਿਫਰੈਂਸ ਨਾਲ ਵੀ ਰਿਲੇਟਿਡ ਹੈ। ਤਾਂ ਪਾਥ ਡਿਫਰੈਂਸ ਬੇਸਿਕਲੀ ਕੀ ਹੈ ਕਿ ਕਿੰਨਾ ਲੈਂਥ, ਐਕਚੁਅਲੀ ਲੈਂਥ ਹੈਗੀ ਹੈ ਕਿ ਕਿੰਨੀ ਲੈਂਥ ਇੱਕ ਰੇ ਦੂਜੀ ਰੇ ਤੋਂ ਦੂਰ ਕਿੰਨੀ ਹੈ, ਇਹ ਉਹ ਵਾਲੀ ਲੈਂਥ ਹੈ। ਤਾਂ ਫਾਈ ਜਿਹੜੀ ਹੈ ਉਹ ਪਾਥ ਡਿਫਰੈਂਸ ਲੈਮਡਾ ਦੇ ਨਾਲ ਰਿਲੇਟਿਡ ਹੈ, ਸੌਰੀ ਡੈਲਟਾ ਦੇ ਨਾਲ ਰਿਲੇਟਿਡ ਹੈ। ਡੈਲਟਾ ਨਾਲ ਇਸ ਤਰ੍ਹਾਂ ਰਿਲੇਟਿਡ ਹੈ, ਫਾਈ ਇਜ਼ ਇਕੁਅਲ ਟੂ 2π/λ ਇੰਟੂ ਡੈਲਟਾ। ਤਾਂ ਡੈਲਟਾ ਨੂੰ ਅਗਰ ਡੈਲਟਾ ਦਾ ਮਤਲਬ ਇਹ ਵਾਲਾ ਫਾਈ ਦੇ ਨਾਲ ਇਹ ਸਾਡਾ ਰਿਲੇਸ਼ਨਸ਼ਿਪ ਹੈ λ/2π ਇੰਟੂ ਫਾਈ। ਤਾਂ ਸਿੰਪਲੀ ਹੁਣ ਅਸੀਂ ਕੀ ਕਰਾਂਗੇ, ਡੈਲਟਾ ਨਿਕਾਲਣ ਦੇ ਲਈ ਇਹ ਵਾਲੇ ਫਾਈਜ਼ ਦੇ ਨਾਲ ਅਸੀਂ ਮਲਟੀਪਲਾਈ ਕਰ ਦਾਂਗੇ ਤਾਂ ਸਾਡੇ ਕੋਲ ਆਏਗਾ। ਦੇਖੋ ਅਗਰ ਤੁਸੀਂ ਮੈਕਸਿਮਾ ਦਾ ਲੈਂਦੇ ਹੋ, ਮੈਕਸਿਮਾ ਦੇ ਲਈ ਫਾਈ ਦੀ ਵੈਲਿਊ ਹੈਗੀ ਹੈ 2p ਪਾਈ। ਤਾਂ 2π ਅਗਰ ਕੈਂਸਲ ਹੋ ਜਾਏਗਾ ਤਾਂ p λ ਆ ਜਾਏਗਾ, ਠੀਕ ਹੈ। ਅਗਰ ਮਿਨੀਮਾ ਲੈਂਦੇ ਹੋ ਤਾਂ 2p+1 λ/2 ਆ ਜਾਏਗਾ। ਤਾਂ ਇਹਦਾ ਮਤਲਬ ਇਹ ਹੈ ਕਿ ਅਗਰ ਸਾਡਾ ਪਾਥ ਡਿਫਰੈਂਸ ਇੰਟੈਗਰਲ ਮਲਟੀਪਲ ਆਫ ਲੈਮਡਾ ਹੈ ਤਾਂ ਸਾਨੂੰ ਮੈਕਸਿਮਾ ਮਿਲੇਗਾ। ਅਗਰ ਇੰਟੈਗਰਲ ਮਲਟੀਪਲ ਨਹੀਂ ਹੈਗਾ ਤਾਂ ਉਸ ਟਾਈਮ 'ਤੇ ਸਾਨੂੰ ਮਿਨੀਮਮ ਮਿਲੇਗਾ। ਸੋ ਹੁਣ ਅਸੀਂ ਦੇਖਣਾ ਹੈ, ਹੁਣ ਅਸੀਂ ਨਿਕਾਲਣਾ ਚਾਹੁੰਦੇ ਹਾਂ ਲੋਕੇਸ਼ਨ ਨਿਕਾਲਣਾ ਚਾਹੁੰਦੇ ਹਾਂ ਮੈਕਸਿਮਾ ਔਰ ਮਿਨੀਮਾ ਦੀ। ਮਤਲਬ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਹੁਣ ਤੱਕ ਅਸੀਂ ਜਸਟ ਇਹ ਦੇਖਿਆ ਫਾਈ ਔਰ ਡੈਲਟਾ ਦੇ ਐਕਸਪ੍ਰੈਸ਼ਨਸ ਦੇਖੇ ਨੇ। ਹੁਣ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਇਹ ਚੀਜ਼ ਕਿੰਨੀ ਹੋਣੀ ਚਾਹੀਦੀ ਹੈ, ਵਾਈ ਨੋਟ ਦੀ ਕਿੰਨੇ ਡਿਸਟੈਂਸ 'ਤੇ ਕਿਹੜੀ ਫਰਿੰਜ ਹੋਏਗੀ, ਇਹ ਅਸੀਂ ਮੈਥਮੈਟੀਕਲੀ ਕੈਲਕੂਲੇਟ ਕਰਨਾ ਚਾਹੁੰਦੇ ਹਾਂ। ਤਾਂ ਉਹਦੇ ਲਈ ਜਿਹੜਾ ਪਾਥ ਡਿਫਰੈਂਸ ਹੈ ਐਟ ਪੀ, ਇਹ ਪਾਥ ਡਿਫਰੈਂਸ ਕੀ ਹੋਏਗਾ S2p - S1p। ਦੇਖੋ S2p - S1p, ਦੇਖੋ ਇੱਥੋਂ ਦੀ ਜਿਹੜੀ ਵੇਵ ਹੈ ਉਹਨੇ ਕਿੰਨਾ ਪਾਥ ਟਰੈਵਲ ਕੀਤਾ ਹੈ, S2 ਤੋਂ ਲੈ ਕੇ P ਤੱਕ ਹੋ ਗਈ ਹੈ। ਬਟ ਜਿਹੜੀ ਫਸਟ ਸਲਿਟ ਤੋਂ ਜਿਹੜੀ ਵੇਵ ਗਈ ਹੈ ਉਹ S1 ਤੋਂ ਲੈ ਕੇ P ਤੱਕ ਗਈ ਹੈ। ਤਾਂ ਪਾਥ ਡਿਫਰੈਂਸ ਕੀ ਹੈ S2p - S1p, ਇਹ ਤੁਹਾਡਾ ਪਾਥ ਡਿਫਰੈਂਸ ਹੈ।
तो हुण S2P जिहड़ा राइट एंगल ट्रायंगल अगर असीं ये लै लीए ए वाली राइट एंगल ट्रायंगल लै लीए तो ये S2P की वैल्यू की है S2P का स्क्वायर इज इक्वल टू S2R का स्क्वायर प्लस RT का स्क्वायर यही जिहड़ा इत्थे लिखिया होया साडे कोल। तो इत्थे ते साडे कोल D है D इज देखो S2R है S2R ए साडे कोल D जिहड़ी है जिन्नी दूर ते असीं स्क्रीन रखी हुई है वो D उहदी लेंथ है। इत्थे स्लिट्स हैगी है इत्थे स्क्रीन है जिथे असीं ऑब्जर्व कर रहे हैं पैटर्न। तो यह जो डिस्टेंस है वो साडे कोल इत्थे D आ रहा है। तो D स्क्वायर प्लस OP प्लस RO दिस इज़ OP प्लस RO। देखो यह पूरी लेंथ है, यह पूरी लेंथ की होएगी ए वाली लेंथ प्लस ए वाली लेंथ। तो OP प्लस RO का स्क्वायर ए लिखिया होया है। OP जिहड़ा वो साडे कोल की है YP और RO जिहड़ा वो साडे कोल हैगा है D/2। OP जिहड़ा हैगा है वो साडे कोल हैगा है YP मतलब जिन्नी लेंथ है ए देखो OP ए वाला तो ए RO साडे कोल हैगा है D/2। देखो जिहड़ी D है ए देखो ए हैगे साडे कोल डिस्टेंस बिटवीन द स्लिट्स साडे कोल D है। तो ए जिहड़ी चीज़ है ए फिर तुहाडे कोल D/2 हो जाएगी क्योंकि एक साइड ते D है ना। देखो जी लेंथ है वो इत्थों लैके इत्थों तक साडे कोल हैगी है Y0। ए वाली लेंथ साडे कोल हैगी है D बट ए वाली लेंथ फिर की हो जाएगी ए वाली छोटी जी लेंथ हो जाएगी D/2 क्योंकि इहदा हाफ है। तो YP प्लस D/2 इहदा स्क्वायर साडे कोल आ गया। सिमिलरली अगर असी S1QP ते जाने मतलब ए वाली अगर ट्रायंगल लैने तो इस ट्रायंगल दे विच ए वाली लेंथ माइनस ए वाली लेंथ आ जाएगा। तो Y0 माइनस D/2 जिहड़ा है वो साडे कोल इत्थे आ जाएगा। तो देखो इन्हां दोनों नूं असी बेसिकली माइनस करना है ना। तो इहदा जिहड़ा इन्हां नूं असी S2P का स्क्वायर माइनस S1P का स्क्वायर जिहड़ा वा वो असी निकाल रहे हैं माइनस कर रहे हैं दोवां नूं। जो माइनस करोगे तो D स्क्वायर जिहड़ा वो कैंसल हो जाएगा। तो तुहाडे कोल ਇਹ ਜਿਹੜੀਆਂ ਟਰਮਸ ਹੈਗੀਆਂ ਇਹ ਬਚਣਗੀਆਂ। ਇੱਥੇ ਵੀ a ਪਲਸ b ਦਾ ਹੋਲ ਸਕੁਆਇਰ ਵਾਲਾ ਫਾਰਮੂਲਾ ਲਗਾਵਾਂਗੇ, ਇੱਥੇ ਵੀ a ਮਾਈਨਸ b ਦਾ ਹੋਲ ਸਕੁਆਇਰ ਵਾਲਾ ਫਾਰਮੂਲਾ ਲਗਾਵਾਂਗੇ। ਤਾਂ ਦੇਖੋ ਅਗਰ ਅਸੀਂ ਲਗਾਈਏ ਤਾਂ ਸਾਡੇ ਕੋਲ ਆਏਗਾ a ਸਕੁਆਇਰ ਪਲਸ b ਸਕੁਆਇਰ ਪਲਸ 2ab। ਠੀਕ ਹੈ, ਨਾਲ ਸਾਡੇ ਲੱਗੇਗਾ ਮਾਈਨਸ ਇਹ ਵਾਲਾ ਮਾਈਨਸ। ਠੀਕ ਹੈ, ਤੇ ਇਹਦੇ ਅੰਦਰ ਸਾਡੇ ਕੋਲ a ਮਾਈਨਸ b ਦਾ ਹੋਲ ਸਕੁਆਇਰ ਹੈ ਨਾ, ਤਾਂ a ਸਕੁਆਇਰ ਪਲਸ b ਸਕੁਆਇਰ ਮਾਈਨਸ 2ab ਇਸ ਤਰ੍ਹਾਂ ਲੱਗੇਗਾ। ਤਾਂ ਜਦੋਂ ਤੁਸੀਂ ਇਹਨੂੰ ਖੋਲੋਗੇ ਤਾਂ a ਸਕੁਆਇਰ प्लस b स्क्वायर प्लस 2ab माइनस a स्क्वायर माइनस b स्क्वायर प्लस 2ab, क्योंकि ये नैगेटिव साइन अंदर वाले माइनस नू प्लस बना रहा है। तो a नाल a कैंसल b नाल b कैंसल, तुहाडे कोल की बचिया 4ab। तो 4yp ते नाल d/2 4yp d/2। अगर इनू इहदे नाल कैंसल करोगे तो तुहाडे कोल आएगा 2yp दे नाल d। ਇਹ वाली चीज़ तुहाडी इत्थे लिखी हुई है। तो इस तरीके नाल तुहाडा जिहड़ा S2 सिमिलरली इधर भी इन्होंने ही किया a स्क्वायर माइनस b स्क्वायर वाला फॉर्मूला a प्लस b a माइनस b ओ वाला जिहड़ा फॉर्मूला इत्थे लगाया होया। तो इत्थों देखो असी बेसिकली निकालना चाहते हैं पाथ डिफरेंस। पाथ डिफरेंस से दोवां दा माइनस है, तो माइनस वाली टर्म जिहड़ी है प्लस वाली टर्म इधर जाके जिहड़ी है वो नीचे चलेगी। तो अगर P वेरी नियर टू O है, हम पहले ऐसे देखना पड़ेगा कि P कितने है। P अगर O दे कोल कोल है, ठीक है, अगर O दे कोल कोल है तो S2P ते S1P ते S1P जिहड़े वो नीयरली इक्वल होणगे D दे, नीयरली इक्वल होणगे D दे। तो दोवां दी एडिशन फिर 2D हो जाएगी। तो इत्थे 2D लिखिया होया। तो 2 नाल जब 2 तुसीं कैंसल करोगे तो तुहाडे कोल ए वाला जिहड़ा लैम्डा है वो साडे कोल बचेगा। सॉरी डेल्टा जिहड़ा है उसदी वैल्यू तुहाडे कोल ए आएगी। तो ये एक्चुअली इक्वेशन रिलेट कर रही है पोजीशन ऑफ ऑब्जर्वेशन पॉइंट मतलब वाई दे नाल पाथ डिफरेंस नूं, मतलब किस वाई दे उपर कितना पाथ डिफरेंस होएगा उसे तुसीं इत्थों कैलकुलेट कर सकते। क्योंकि स्मॉल डी जिहड़ी है वो हैगी है डिफरेंस डिस्टेंस बिटवीन द स्लिट्स, और जिहड़ा कैपिटल डी है वो तुहाडे कोल हैगा जिहड़ा डिफरेंस हैगा है स्लिट्स तो लैके स्क्रीन तक वाला डिस्टेंस ओ डी है। तो इस तरीके नाल ये जिहड़ी डेल्टा